ਸਤਿ ਸ਼੍ਰੀ ਅਕਾਲ। ਅੱਜ ਅਸੀਂ ਗੱਲ ਕਰਾਂਗੇ ਫੀਅਰਸ ਐਂਡ ਫੈਕਟਸ ਅਬਾਊਟ IVF ਦੇ ਬਾਰੇ ਕਿ ਜਨਰਲ ਪੋਪੂਲੇਸ਼ਨ ਵਿੱਚ ਲੋਕਾਂ ਦੀ IVF ਬਾਰੇ ਕੀ ਮਾਈਂਡਸੈਟ ਹੈਗਾ, ਉਹਨਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਫੀਅਰਸ ਨੇ ਤੇ ਇਸ ਬਾਰੇ ਅਸੀਂ ਅੱਜ ਗੱਲ ਕਰਾਂਗੇ। ਸਾਡੇ ਕੋਲ ਕਈ ਵਾਰੀ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ IVF ਦੀ ਸਲਾਹ ਦਿੱਤੀ ਗਈ ਹੁੰਦੀ ਹੈ ਔਰ ਉਹ ਇਸ ਗੱਲ ਨੂੰ ਲੈ ਕੇ ਬੜੇ ਪਰੇਸ਼ਾਨ ਹੋਏ ਹੁੰਦੇ ਹੈ ਕਿ ਸਾਨੂੰ ਹੁਣ IVF ਦੱਸਿਆ ਗਿਆ ਹੈ ਔਰ IVF ਤਾਂ ਇੱਕ ਚੰਗਾ ਪ੍ਰੋਸੀਜਰ ਨਹੀਂ ਹੈ, ਇਹ ਤੇ ਅਨਸਕਸੈਸਫੁਲ ਹੁੰਦਾ ਹੈ। ਪਹਿਲੇ ਅਟੈਂਪਟ ਵਿੱਚ ਤਾਂ ਕਦੀ ਵੀ ਕੋਈ ਪੇਸ਼ੈਂਟ ਪ੍ਰੈਗਨੈਂਟ ਨਹੀਂ ਹੋਇਆ ਔਰ ਉਹਨਾਂ ਨੂੰ ਇੱਦਾਂ ਲੱਗਦਾ ਕਿ ਜਿਵੇਂ ਉਹਨਾਂ ਦੇ ਉੱਤੇ ਕੋਈ ਪਹਾੜ ਹੀ ਟੁੱਟ ਗਿਆ ਹੁੰਦਾ ਹੈ। ਸੋ ਪਹਿਲਾਂ ਮੈਂ ਤੁਹਾਨੂੰ ਦੱਸਾਂਗੀ ਕਿ IVF ਦੀ ਜਿਹੜੀ ਐਡਵਾਈਸ ਹੈ ਉਹ ਕਿੰਨਾ ਪੇਸ਼ੈਂਟਸ ਨੂੰ ਦਿੱਤੀ ਜਾਂਦੀ ਹੈ ਔਰ ਇਸ ਨੂੰ ਲੈ ਕੇ ਤੁਹਾਨੂੰ ਕਿੰਨਾ ਕੁ ਚਿੰਤਿਤ ਹੋਣਾ ਚਾਹੀਦਾ ਹੈ। ਨੰਬਰ 1, ਉਹਨਾਂ ਪੇਸ਼ੈਂਟਸ ਵਿੱਚ IVF ਇੰਡੀਕੇਟਡ ਹੈ ਜਿਨ੍ਹਾਂ ਦੇ ਵਿੱਚ ਫੀਮੇਲਸ ਦੀਆਂ ਦੋਨੋਂ ਟਿਊਬਸ ਜਿਹੜੀਆਂ ਨੇ ਬਲੌਕਡ ਹੁੰਦੀਆਂ ਨੇ। ਐਂਡ ਸੈਕੰਡ ਜਿਹੜੀ ਇੰਡੀਕੇਸ਼ਨ ਹੈ ਉਹ ਮਾਈਲਡ ਟੂ ਮੋਡਰੇਟ ਟੂ ਸੀਵੀਅਰ ਐਂਡੋਮੈਟ੍ਰੀਓਸਿਸ, यानी कि ब्लड वालियाँ जिन्ना फीमेल्स दे विच ब्लड वालियाँ सिस्ट ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅਕਸਰ ਟਿਊਬਸ ਵੀ ਖਰਾਬ ਹੋ ਜਾਂਦੀਆਂ ਨੇ। ਤੀਸਰਾ ਮੇਲ ਫੈਕਟਰ ਇਨਫਰਟੀਲਿਟੀ, यानी कि ਮੇਲ ਦੇ ਵਿੱਚ ਸਪਰਮ ਕਾਊਂਟ ਘੱਟ ਹੋਣਾ ਜਾਂ ਮੋਟਿਲਿਟੀ ਦਾ ਘੱਟ ਹੋਣਾ। ਚੌਥਾ ਅਨਐਕਸਪਲੇਨਡ ਇਨਫਰਟੀਲਿਟੀ, यानी कि ਪੇਸ਼ੈਂਟ ਕਪਲ ਨੂੰ 5 ਸਾਲ ਵਿਆਹ ਨੂੰ ਹੋ ਗਏ ਨੇ ਔਰ ਉਹ ਟਰਾਈ ਕਰ ਰਹੇ ਹੁੰਦੇ ਆ 5 ਸਾਲਾਂ ਤੋਂ ਔਰ ਕੋਈ ਵੀ ਮੇਜਰ ਕਾਰਨ ਨਹੀਂ ਮਿਲ ਰਿਹਾ ਪ੍ਰੈਗਨੈਂਸੀ ਨਾ ਠਹਿਰਨ ਦਾ ਔਰ ਫਿਰ ਵੀ ਉਹਨਾਂ 'ਚ ਪ੍ਰੈਗਨੈਂਸੀ ਨਹੀਂ ਹੋ ਰਹੀ ਹੁੰਦੀ ਤਾਂ ਉਹਨਾਂ ਕੇਸਿਸ ਵਿੱਚ IVF ਇੰਡੀਕੇਟਡ ਹੁੰਦਾ ਹੈ। ਪੰਜਵਾਂ ਉਹ ਫੀਮੇਲਸ ਜਿਨ੍ਹਾਂ ਦੀ ਮੈਰਿਜ ਲੇਟ ਹੁੰਦੀ ਹੈ, ਸੋ ਉਹ ਆਲਮੋਸਟ 38 to 40 ਇਅਰਸ ਦੇ ਵਿੱਚ ਏਜ ਹੁੰਦੀ ਹੈ ਔਰ ਉਹਨਾਂ ਦੇ ਵਿੱਚ ਐਗ ਕੁਆਲਿਟੀ ਇੱਕ ਇਸ਼ੂ ਹੁੰਦਾ ਹੈ ਔਰ ਪ੍ਰੈਗਨੈਂਸੀ ਨਹੀਂ ਹੋ ਪਾਉਂਦੀ। ਸੋ ਇਹ 4-5 ਇੰਡੀਕੇਸ਼ਨਸ ਹੈ ਜਿਨ੍ਹਾਂ ਦੇ ਵਿੱਚ IVF ਇੰਡੀਕੇਟਡ ਹੈ। ਸੋ ਅਸੀਂ ਇਹ ਦੇਖਿਆ ਗਿਆ ਹੈ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ IVF ਜਿਹੜਾ ਹੈ ਕਿ ਉਹ ਇੱਕ ਚੰਗਾ ਪ੍ਰੋਸੀਜਰ ਨਹੀਂ ਹੈ, ਇਹ ਤਾਂ ਇੱਕ ਲਾਸਟ ਰਿਜ਼ੋਰਟ ਹੈ, ਜਦੋਂ ਅਸੀਂ ਬਾਕੀ ਸਭ ਚੀਜ਼ਾਂ ਬਾਕੀ ਸਭ ਮੈਥਡਸ ਟਰਾਈ ਕਰ ਲਈਏ ਤਾਂ ਫਿਰ ਸਾਨੂੰ IVF ਵੱਲ ਨੂੰ ਜਾਣਾ ਚਾਹੀਦਾ ਹੈ। ਉਸ ਦਾ ਇੱਕ ਕਾਰਨ ਇਹ ਹੈ ਕਿ ਜਨਰਲ ਪੋਪੂਲੇਸ਼ਨ ਵਿੱਚ ਜਦੋਂ ਕਿ ਕਪਲ IVF ਕਰਵਾਉਂਦਾ ਹੈ ਔਰ ਉਹਨਾਂ ਦਾ ਬੱਚਾ IVF ਰਾਹੀਂ ਹੁੰਦਾ ਹੈ ਤਾਂ ਉਹ ਅਕਸਰ ਆਪਣੇ ਫਰੈਂਡਸ ਜਾਂ ਰਿਲੇਟਿਵਸ ਨੂੰ ਇਹ ਚੀਜ਼ ਦੱਸਦੇ ਨਹੀਂ ਹੈ, ਉਹਨਾਂ ਤੋਂ ਛੁਪਾਉਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਲੋਕ ਉਹਨਾਂ ਬਾਰੇ ਗੱਲਾਂ ਕਰਨਗੇ ਕਿ ਇਹਨਾਂ ਨੇ IVF ਕਰਵਾਇਆ ਹੈ। ਸੋ ਕਿੰਨੇ ਸਾਰੇ ਬੱਚੇ ਨੇ ਜਿਹੜੇ ਕਿ IVF ਪ੍ਰੋਸੀਜਰ ਰਾਹੀਂ ਪੈਦਾ ਹੋਏ ਹੁੰਦੇ ਨੇ ਪਰ ਲੋਕਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਹੁੰਦਾ। ਦੂਸਰੇ ਪਾਸੇ ਜਿਹੜੇ ਪੇਸ਼ੈਂਟਸ ਨੇ IVF ਕਰਵਾਇਆ ਹੁੰਦਾ ਹੈ ਔਰ ਉਹ ਅਨਸਕਸੈਸਫੁਲ ਹੁੰਦਾ ਹੈ ਤਾਂ ਉਹ ਜ਼ਰੂਰ ਆਪਣੇ ਫਰੈਂਡਸ ਔਰ ਰਿਲੇਟਿਵਸ ਨੂੰ ਦੱਸਦੇ ਨੇ ਬਿਕੋਜ਼ ਉਹ ਇਹ ਉਹਨਾਂ ਨੂੰ ਦੱਸਣਾ ਚਾਹੁੰਦੇ ਨੇ ਕਿ ਉਹਨਾਂ ਨੇ ਬਹੁਤ ਇਲਾਜ ਕਰਵਾਇਆ, ਇੱਥੋਂ ਤੱਕ ਕਿ IVF ਵੀ ਕਰਵਾਇਆ ਜਿਹੜਾ ਕਿ ਅਨਸਕਸੈਸਫੁਲ ਰਿਹਾ, ਕਿ ਉਹਨਾਂ ਨੇ ਆਪਣੇ ਟ੍ਰੀਟਮੈਂਟ ਵਿੱਚ ਕੋਈ ਕਸਰ ਨਹੀਂ ਛੱਡੀ। ਸੋ ਇਹ 2 ਕਾਰਨ ਹੁੰਦੇ ਨੇ ਕਿ ਜਿਹੜਾ ਕਿ ਲੋਕਾਂ ਦਾ IVF ਪ੍ਰੋਸੀਜਰ ਬਾਰੇ ਇੱਕ ਬੜਾ ਹੀ ਚੰਗਾ ਜਿਹਾ ਵਿਊ ਨਹੀਂ ਹੈ ਲੋਕਾਂ ਦੇ ਮਨ ਦੇ ਵਿੱਚ। ਸੋ ਜਿਹੜਾ ਦੂਸਰਾ ਇਹ ਕਿ ਲੋਕ ਇਹ ਸੋਚਦੇ ਨੇ ਕਿ ਇਹ ਤਾਂ ਇੱਕ ਬੜਾ ਹੀ ਕੰਪਲਿਕੇਟਡ ਪ੍ਰੋਸੀਜਰ ਹੈ, ਇਹਨੂੰ ਬੜਾ ਟਾਈਮ ਲੱਗਦਾ ਹੈ, ਪੇਸ਼ੈਂਟ ਨੂੰ ਬਹੁਤ ਜ਼ਿਆਦਾ ਇਹਦੇ ਵਿੱਚ ਬੈੱਡ ਰੈਸਟ ਦੀ ਜ਼ਰੂਰਤ ਹੁੰਦੀ ਹੈ। ਸੋ ਜਿਹੜਾ IVF ਹੈ ਉਹ ਇੱਕ ਬੜਾ ਹੀ ਸਿੰਪਲ ਪ੍ਰੋਸੀਜਰ ਹੈ, ਬੜਾ ਪੇਸ਼ੈਂਟ ਫਰੈਂਡਲੀ ਪ੍ਰੋਸੀਜਰ ਹੈ। ਇਹਦੇ ਵਿੱਚ ਪੇਸ਼ੈਂਟ ਨੂੰ ਕਿਸੇ ਵੀ ਦਿਨ ਹਸਪੀਟਲ 'ਚ ਐਡਮਿਟ ਹੋਣ ਦੀ ਜ਼ਰੂਰਤ ਨਹੀਂ ਪੈਂਦੀ। ਇਹਦੇ ਵਿੱਚ ਜਿਹੜੇ 2 ਮੇਜਰ ਸਟੈਪਸ ਨੇ ਓਵਮ ਪਿਕਅਪ ਔਰ ਐਮਬ੍ਰੀਓ ਟ੍ਰਾਂਸਫਰ। ਓਵਮ ਪਿਕਅਪ ਵਾਲੇ ਦਿਨ ਪੇਸ਼ੈਂਟ ਨੂੰ ਬੇਹੋਸ਼ ਕਰਕੇ ਉਹਦੇ ਐਗਸ ਕੱਢੇ ਜਾਂਦੇ ਨੇ ਔਰ ਪੇਸ਼ੈਂਟ ਥੋੜ੍ਹੀ ਦੇਰ ਬਾਅਦ ਘਰ ਜਾ ਸਕਦਾ ਹੈ। ਐਮਬ੍ਰੀਓ ਟ੍ਰਾਂਸਫਰ ਵਾਲੇ ਦਿਨ ਤਾਂ ਪੇਸ਼ੈਂਟ ਨੂੰ ਬੇਹੋਸ਼ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਐਂਡ ਪੇਸ਼ੈਂਟ ਐਮਬ੍ਰੀਓ ਟ੍ਰਾਂਸਫਰ ਕਰਕੇ ਆਪਣਾ ਘਰ ਚਲੇ ਜਾਂਦੇ ਨੇ। ਐਂਡ ਇਹਦੇ ਵਿੱਚ ਜਿਹੜੀਆਂ ਕਿ ਹਸਪੀਟਲ ਦੀਆਂ ਵਿਜ਼ਿਟਸ ਨੇ ਉਹ ਮੈਕਸਿਮਮ 5 to 6 ਵਿਜ਼ਿਟਸ ਹੁੰਦੀਆਂ ਹੈ। ਪੇਸ਼ੈਂਟਸ ਨੂੰ ਅਸੀਂ ਯੂਜੂਅਲੀ ਇੰਜੈਕਸ਼ਨਸ ਸਿਖਾ ਦਿੰਦੇ ਹਾਂ ਜਿਹੜੇ ਕਿ ਉਹ ਆਪਣੇ ਆਪ ਘਰ ਲਗਾ ਲੈਂਦੇ ਨੇ ਆਰਾਮ ਨਾਲ ਔਰ ਇਹਦੇ ਵਿੱਚ 3 ਜਾਂ 4 ਵਾਰ ਸਾਨੂੰ ਪੇਸ਼ੈਂਟ ਨੂੰ ਸਕੈਨ ਕਰਨ ਲਈ ਬੁਲਾਉਣਾ ਪੈਂਦਾ ਦੇਖਣ ਲਈ ਕਿ ਐਗਸ ਸਹੀ ਬਣ ਰਹੇ ਹੈ ਜਾਂ ਨਹੀਂ, ਜਾਂ ਸਾਨੂੰ ਕੁਝ ਹੋਰ ਬਲੱਡ ਟੈਸਟ ਦੀ ਕਰਵਾਉਣ ਦੀ ਜ਼ਰੂਰਤ ਹੈ। ਐਂਡ ਐਮਬ੍ਰੀਓ ਟ੍ਰਾਂਸਫਰ ਕਰਾਉਣ ਤੋਂ ਬਾਅਦ ਤਾਂ ਪੇਸ਼ੈਂਟ ਆਰਾਮ ਨਾਲ ਘਰ ਜਾ ਸਕਦਾ ਹੈ।
ਸੋ ਤੀਸਰੀ ਗੱਲ ਇਹ ਕਿ ਪੇਸ਼ੈਂਟਸ ਨੂੰ ਇਹ ਮਨ ਦੇ ਵਿੱਚ ਇਹ ਫੀਅਰ ਬੈਠਾ ਹੋਇਆ ਹੈ ਕਿ ਜਿਹੜੇ IVF ਦੇ ਬੱਚੇ ਹੁੰਦੇ ਨੇ IVF ਦੇ ਥਰੂ ਉਹ ਨਾਰਮਲ ਬੇਬੀਜ਼ ਨਹੀਂ ਹੁੰਦੇ, ਜਦਕਿ IVF ਬੇਬੀਜ਼ ਜਿਹੜੇ ਨੇ ਉਹ ਬਿਲਕੁਲ ਨਾਰਮਲ ਔਰ ਹੁਸ਼ਿਆਰ ਬੱਚੇ ਹੁੰਦੇ ਨੇ, ਉਹਨਾਂ ਦੇ ਅੰਗ ਪੈਰ ਬਿਲਕੁਲ ਠੀਕ ਹੁੰਦੇ ਨੇ। ਸਾਨੂੰ ਆਲਮੋਸਟ 18 ਇਅਰਸ ਹੋ ਗਏ ਨੇ ਆਪਣੇ ਹਸਪੀਟਲ ਵਿੱਚ IVF ਕਰਦੇ ਔਰ ਅੱਜ ਤੱਕ ਅਸੀਂ ਕੋਈ ਐਬਨੋਰਮਲ ਬੱਚਾ ਇਸ ਤਰ੍ਹਾਂ ਨਹੀਂ ਦੇਖਿਆ। ਥਰਡ, ਲੋਕਾਂ ਨੂੰ ਇਹ ਲੱਗਦਾ ਹੈ ਕਿ ਜੇ ਅਸੀਂ IVF ਕਰਵਾਵਾਂਗੇ ਤਾਂ ਸਾਡੇ ਬਾਰੇ ਲੋਕ ਕੀ ਸੋਚਣਗੇ ਕਿ ਅੱਛਾ ਜੀ ਇਹਨਾਂ ਨੇ IVF ਕਰਾਇਆ, ਇਹਨਾਂ ਦੇ IVF ਰਾਹੀਂ ਬੱਚਾ ਹੋਇਆ। ਸੋ ਜੇ ਪੇਸ਼ੈਂਟਸ, ਕਾफ़ी ਪੇਸ਼ੈਂਟਸ ਨੇ ਜਿਹੜੇ ਕਿ ਇਹ ਪ੍ਰੋਸੀਜਰ ਕਰਵਾਉਂਦੇ ਨੇ ਔਰ ਉਹ ਕੌਨਫੀਡੈਂਸ਼ੀਅਲ ਰੱਖਣਾ ਚਾਹੁੰਦੇ ਨੇ। ਸੋ ਤੁਸੀਂ ਵੀ ਆਪਣਾ, ਜੇ ਤੁਹਾਨੂੰ ਕਿਸੇ ਨੇ IVF ਦੀ ਸਲਾਹ ਦਿੱਤੀ ਹੈ ਔਰ ਦੂਸਰੇ ਤਰੀਕੇ ਨਾਲ ਬੱਚਾ ਜੇ ਨਹੀਂ ਹੋ ਰਿਹਾ ਤਾਂ ਤੁਸੀਂ ਆਪਣਾ ਇਹ ਪ੍ਰੋਸੀਜਰ ਕਰਵਾਓ ਔਰ ਆਪਣੇ ਹਸਬੈਂਡ ਵਾਈਫ ਆਪਣੇ ਵਿੱਚ ਹੀ ਇਹ ਗੱਲ ਰੱਖਣ ਔਰ ਬਹੁਤ ਜ਼ਿਆਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ। ਚੌਥਾ, ਲੋਕਾਂ ਦੇ ਮਨ ਵਿੱਚ ਇੱਕ ਹੋਰ ਡਰ ਹੈ ਕਿ ਹਸਪੀਟਲ ਦੇ ਵਿੱਚ ਜੀ ਉਹ ਤਾਂ ਕਿਸੇ ਦਾ ਬੱਚਾ ਰੱਖ ਦਿੰਦੇ ਨੇ, ਕੁਝ ਪਤਾ ਨਹੀਂ ਹੈ ਕਿ ਕੀ ਕਰਦੇ ਹੈ। ਸੋ ਇੱਦਾਂ ਮਿਕਸਿੰਗ ਆਫ ਗੈਮੀਟਸ ਜਿਹੜੀ ਹੈ ਉਹ ਕਿਸੇ ਵੀ ਅੱਛੇ IVF ਸੈਂਟਰ ਵਿੱਚ ਨਹੀਂ ਹੁੰਦੀ। ਹਾਂ, ਜੇ ਕਪਲ ਚੋਂ ਕਿਸੇ ਮੇਲ ਜਾਂ ਫੀਮੇਲ ਦੇ ਵਿੱਚ ਗੈਮੀਟਸ ਦੇ ਵਿੱਚ ਪ੍ਰੋਬਲਮ ਹੈ ਤਾਂ ਉਹਨਾਂ ਦੀ ਕੰਸੈਂਟ ਰਾਹੀਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਇਹ ਪ੍ਰੋਬਲਮ ਹੈ, ਤੁਹਾਨੂੰ ਡੋਨਰ ਐਗਸ ਜਾਂ ਡੋਨਰ ਸਪਰਮਸ ਦੀ ਜ਼ਰੂਰਤ ਹੈ ਔਰ ਉਹਨਾਂ ਦੇ ਪ੍ਰੋਪਰ ਸਾਈਨ ਕਰਵਾ ਕੇ ਇਹ ਪ੍ਰੋਸੀਜਰ ਕੀਤਾ ਜਾਂਦਾ ਹੈ। ਜੇ ਫਿਰ ਵੀ ਤੁਹਾਡੇ ਮਨ ਵਿੱਚ ਕੋਈ ਸ਼ੰਕਾ ਹੋਵੇ ਤਾਂ ਤੁਸੀਂ ਬਾਅਦ ਦੇ ਵਿੱਚ ਬੱਚੇ ਦੀ DNA ਟੈਸਟਿੰਗ ਕਰਵਾ ਸਕਦੇ ਹੋ। ਫਾਈਨਲੀ ਇਸ ਵੀਡੀਓ ਰਾਹੀਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜੇ ਤੁਹਾਨੂੰ IVF ਦੀ ਸਲਾਹ ਦਿੱਤੀ ਗਈ ਹੈ ਤਾਂ ਤੁਹਾਨੂੰ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਨਹੀਂ ਕਰਨੀ ਚਾਹੀਦੀ। ਆਪਣੇ ਨਜ਼ਦੀਕੀ ਫਰਟੀਲਿਟੀ ਸੈਂਟਰ ਤੇ ਜਾ ਕੇ ਕਿਸੇ ਅੱਛੇ IVF ਸਪੈਸ਼ਲਿਸਟ ਦੀ ਸਲਾਹ ਲਵੋ, ਜਿਹੜਾ ਕਿ ਤੁਹਾਡਾ ਪ੍ਰੋਪਰ ਵਰਕਅਪ ਕਰੇ ਔਰ ਦੇਖੇ ਕਿ ਤੁਹਾਨੂੰ ਵਾਕਈ ਹੀ IVF ਦੀ ਜ਼ਰੂਰਤ ਹੈ ਔਰ ਉਹ ਤੁਹਾਨੂੰ ਸਹੀ ਗਾਈਡ ਕਰ ਸਕੇ ਔਰ ਤੁਹਾਨੂੰ ਸਹੀ ਕਾਸਟ ਦੱਸ ਸਕੇ ਤਾਂ ਕਿ ਤੁਸੀਂ ਇਹ ਪ੍ਰੋਸੀਜਰ ਨਿਸ਼ਚਿੰਤ ਹੋ ਕੇ ਕਰਵਾ ਸਕੋ। ਔਰ IVF ਦੇ ਨਾਲ ਬੜੇ ਲੋਕਾਂ ਦੇ ਘਰ ਵਿੱਚ ਖੁਸ਼ੀਆਂ ਆਈਆਂ ਨੇ ਔਰ ਇਹ ਟ੍ਰੀਟਮੈਂਟ ਪਹਿਲਾਂ ਕਿ ਆਮ ਲੋਕਾਂ ਦੇ ਵਿੱਚ ਆਮ ਲੋਕੀ ਇਸ ਪ੍ਰੋਸੀਜਰ ਨੂੰ ਅਫੋਰਡ ਨਹੀਂ ਕਰ ਸਕਦੇ ਸੀ, ਉਹਨਾਂ ਨੂੰ ਦੂਰ ਦੂਰ ਜਾਣਾ ਪੈਂਦਾ ਸੀ ਕਰਵਾਉਣ ਵਾਸਤੇ। ਅੱਜ ਕੱਲ੍ਹ ਹਰ ਸ਼ਹਿਰ ਦੇ ਵਿੱਚ ਆਲਮੋਸਟ ਅੱਛੇ ਫਰਟੀਲਿਟੀ ਸੈਂਟਰਸ ਨੇ ਔਰ ਤੁਸੀਂ ਆਪਣਾ ਕਿਸੇ ਵੀ ਨਜ਼ਦੀਕੀ ਸੈਂਟਰ ਤੇ ਜਾ ਕੇ ਇਲਾਜ ਕਰਵਾ ਸਕਦੇ ਹੋ। ਥੈਂਕ ਯੂ।